ऑल राइट, बहुत बहुत स्वागत। माय नेम इज एकम एंड दिस इज द इंग्लिश फैमिली यूट्यूब चैनल। ਇਸ ਚੈਨਲ ਉੱਤੇ ਅਸੀਂ ਡਿਸਕਸ ਕਰਦੇ ਆ ਆਇਲਸ ਨਾਲ ਰਿਲੇਟਡ ਡਿਫਰੈਂਟ ਮੋਡਿਊਲਸ ਨੂੰ, ਜਿਹਦੇ ਵਿੱਚ ਮੈਂ ਡੀਲ ਕਰਦਾ ਆ ਰੀਡਿੰਗ ਮੋਡਿਊਲ ਨੂੰ। ਐਂਡ ਇਹਦੇ ਵਿੱਚ ਹੁਣ ਤੱਕ ਅਸੀਂ ਡਿਫਰੈਂਟ ਕੁਐਸਚਨਸ ਡਿਸਕਸ ਕਰ ਚੁੱਕੇ ਆ। ਫॉर एग्जांपल ਸਮਰੀ ਕੰਪਲੀਸ਼ਨ ਕੁਐਸਚਨਸ, ਠੀਕ ਹੈ। ਦੂਜੇ ਨੰਬਰ ਤੇ ਅਸੀਂ ਡਿਸਕਸ ਕੀਤਾ ਸੀਗਾ ਸੈਂਟੈਂਸ ਕੰਪਲੀਸ਼ਨ ਐਂਡ ਇਦਾਂ ਦੇ ਹੋਰ ਕੁਐਸਚਨਸ ਵੀ ਕੀਤੇ ਸੀਗੇ। ਅੱਛਾ, ਅਸੀਂ ਟਿਪਸ ਵੀ ਡਿਸਕਸ ਕਰ ਚੁੱਕੇ ਆ ਰੀਡਿੰਗ ਮੋਡਿਊਲ ਦੀਆਂ ਕਿੱਦਾਂ ਕਰਨੀ ਚਾਹੀਦੀ ਹੈ। ਸੋ ਜਿਹੜੀ ਵੀ ਸਾਰੀ ਤੁਹਾਨੂੰ ਵੀਡੀਓਜ਼ ਮੈਂ ਗਿਣਾ ਰਿਹਾ, ਇਹਦੀ ਇੱਕ ਪਲੇਲਿਸਟ ਬਣੀ ਹੋਈ ਹੈ ਜੋ ਕਿ ਇਸ ਵੀਡੀਓ ਜੋ ਚੱਲ ਰਹੀ ਹੈ ਇਸ ਦੀ ਤੁਹਾਨੂੰ ਮੈਂ ਬਾਇਓ ਦੇ ਵਿੱਚ ਪਾ ਦੂੰਗਾ, ਤੇ ਤੁਸੀਂ ਇਹ ਵੀਡੀਓ ਨੂੰ ਇੱਥੇ ਪੌਜ਼ ਕਰਕੇ ਪਹਿਲਾਂ ਉਹਨੂੰ ਦੇਖ ਲਓ ਸੋ ਦੈਟ ਤੁਹਾਨੂੰ ਇਹ ਵੀਡੀਓ ਈਜ਼ੀਲੀ ਸਮਝ ਆ ਸਕੇ। Alright, ਅੱਜ ਜੋ ਅਸੀਂ ਗੱਲਬਾਤ ਕਰਨੀ ਹੈ, we are supposed to discuss a question which is called diagram questions, ਠੀਕ ਹੈ। ਰੀਡਿੰਗ ਮੋਡਿਊਲ ਦੇ ਵਿੱਚ ਚਾਹੇ ਪੇਪਰ ਜਨਰਲ ਦਾ ਹੋਵੇ ਚਾਹੇ ਪੇਪਰ ਅਕੈਡਮਿਕ ਦਾ ਹੋਵੇ, ਡਾਇਗਰਾਮ ਕੁਐਸਚਨਸ ਹਮੇਸ਼ਾ ਆਉਂਦੇ ਹੀ ਆਉਂਦੇ ਆ। ਐਂਡ ਇਹ ਮੈਂ ਕਿਉਂ ਡਿਸਕਸ ਕਰ ਰਿਹਾ, ਇਹ ਬਹੁਤ ਇੰਪੋਰਟੈਂਟ ਹੈ। ਬਹੁਤੇ ਬੱਚਿਆਂ ਨੂੰ ਡਾਇਗਰਾਮ ਕੁਐਸਚਨਸ ਬਹੁਤ ਈਜ਼ੀ ਲੱਗਦੇ ਨੇ ਐਂਡ ਇਹ ਈਜ਼ੀ ਹੁੰਦੇ ਨੇ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਬਟ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਬੱਚੇ ਇਹਨੂੰ ਥੋੜਾ ਜਿਹਾ ਲਾਈਟਲੀ ਲੈ ਲੈਂਦੇ ਆ। ਨਾਓ ਵਾਈ ਡੂ ਟੇਕ ਥੀਸ ਕੁਐਸਚਨਸ दैट ਲਾਈਟਲੀ? ਬਿਕੋਜ਼ ਸਰ ਡਾਇਗਰਾਮ ਦਾ ਕੀ ਹੈ, ਦੇਖ ਕੇ ਲਾਉਣਾ ਹੀ ਆ। ਬਟ ਇਹਦੇ ਵਿੱਚ ਅਗਰ ਡਾਇਗਰਾਮ ਸਮਝ ਨਾ ਲੱਗੀ, ਠੀਕ ਹੈ, ਅਗਰ ਤੁਸੀਂ ਡਾਇਗਰਾਮ ਨੂੰ ਰਿਲੇਟ ਨਾ ਕਰ ਪਾਏ ਵਿਦ ਦਾ ਪੈਸੇਜ, ਫਿਰ ਤੁਹਾਨੂੰ ਮੁਸ਼ਕਲ ਆ ਸਕਦੀ ਹੈ, ਠੀਕ ਹੈ। ਅੱਛਾ, ਵੀਡੀਓ ਨੂੰ ਸ਼ੁਰੂ ਕਰਨ ਲੱਗੇ ਆ। ਇਹਦੇ ਵਿੱਚ ਬਸ ਜਿਹੜੇ ਪਹਿਲੇ ਪੁਆਇੰਟ ਜੋ ਤੁਸੀਂ ਡਿਸਕਸ ਕਰਨਾ ਆਪਾਂ ਸਾਰਿਆਂ ਨੇ ਕਰਨੇ ਆ ਉਹ ਇਹ ਹੈ ਕਿ ਇਹਦੇ ਵਿੱਚ ਪਹਿਲਾਂ ਤੇ ਦੇਖਾਂਗੇ what we are actually supposed to follow। ਸਭ ਤੋਂ ਪਹਿਲਾਂ ਦੇਖਾਂਗੇ what are diagram labeling questions। ਸਭ ਤੋਂ ਪਹਿਲੀ ਚੀਜ਼ ਆਪਾਂ ਇਹ ਫੋਲੋ ਕਰਾਂਗੇ। ਦੈਨ ਦੇਖਣ ਨੂੰ ਲੱਗਦੇ ਕਿੱਦਾਂ ਦੇ ਆ। ਫॉर एग्जांपल ਬਹੁਤੇ ਬੱਚਿਆਂ ਨੂੰ ਪਤਾ ਹੈ ਡਾਇਗਰਾਮ ਲੇਬਲਿੰਗ ਕੁਐਸਚਨਸ ਹੁੰਦੇ ਕਿੱਦਾਂ ਦੇ ਆ, ਪਰ ਲੈਟਸ ਸੇ ਇਫ few of you ਜੋ ਕਿ ਹਲੇ ਨਵੇਂ ਆਇਲਸ ਕਰਨ ਬਾਰੇ ਸੋਚ ਰਹੇ ਹੋ, ਜਿਨ੍ਹਾਂ ਨੇ ਸ਼ੁਰੂ ਕੀਤੀ ਹੈ, ਮੇਬੀ ਡਾਇਗਰਾਮ ਕੁਐਸਚਨਸ ਉਹਨਾਂ ਨੇ ਕਦੇ ਐਨਕਾਊਂਟਰ ਨਾ ਕੀਤੇ ਹੋਣ, ਸੋ ਉਹਨਾਂ ਲਈ ਇਹ ਇੰਪੋਰਟੈਂਟ ਹੈ। ਦੈਨ ਹਾਊ ਟੂ ਸੋਲਵ ਥੀਸ ਕੁਐਸਚਨਸ, ਜਿਹਦੇ ਵਿੱਚ ਜੋ ਇੱਕ ਅਲਟੀਮੇਟ ਸਟ੍ਰੈਟਜੀ ਜੋ ਮੈਨੂੰ ਫੀਲ ਹੁੰਦੀ ਹੈ ਉਹ ਮੈਂ ਤੁਹਾਡੇ ਨਾਲ ਇੱਥੇ ਡਿਸਕਸ ਕਰੂੰਗਾ। ਉਸ ਤੋਂ ਬਾਅਦ ਦੇਖਾਂਗੇ ਕਿ ਟਿਪਸ ਕਿਹੜੀਆਂ ਨੇ ਜਿਹੜੀਆਂ ਹਰ ਬੱਚੇ ਨੂੰ ਕੰਸੀਡਰ ਕਰਨੀ ਚਾਹੀਦੀ ਨੇ ਬਿਫੋਰ ਸੋਲਵਿੰਗ ਥੀਸ ਕੁਐਸਚਨਸ ਐਂਡ ਈਵਨ ਜਦੋਂ ਸੋਲਵ ਕਰ ਰਹੇ ਹੋ ਉਦੋਂ ਵੀ। ਐਂਡ ਐਂਡ ਵਿੱਚ ਦੇਖਾਂਗੇ what things should be remembered by the aspirants ਜਿਨ੍ਹਾਂ ਨੇ ਰੀਡਿੰਗ ਪੈਸੇਜ ਸੋਲਵ ਕਰਨਾ ਹੈ ਐਂਡ ਉਹ ਰੀਡਿੰਗ ਪੈਸੇਜ ਜਿਹਦੇ ਵਿੱਚ ਡਾਇਗਰਾਮ ਹੈਗੀ ਹੈ, ਠੀਕ ਹੈ ਜੀ। ਲਓ ਜੀ, ਸ਼ੁਰੂ ਕਰਦੇ ਹਾਂ। ਨਾਓ ਦ ਫਰਸਟ ਥਿੰਗ, what are diagram labeling questions, ਠੀਕ ਹੈ। ਪਹਿਲਾਂ ਇਹਨੂੰ ਸਮਝਦੇ ਹਾਂ। as per the definition ਜੋ ਕਿ ਦਿੱਤੀ ਗਈ ਹੈ, ਡਾਇਗਰਾਮ ਲੇਬਲਿੰਗ ਕੁਐਸਚਨਸ ਕੀ ਹੁੰਦੇ ਆ, ਇਹ ਬਹੁਤੇ ਐਸਪੀਰੈਂਟਸ ਨੂੰ ਪੁੱਛੇ ਜਾਂਦੇ ਆ, ਠੀਕ ਹੈ, ਜਿਹਦੇ ਵਿੱਚ ਕਿਹਾ ਜਾਂਦਾ ਕਿ ਆ ਇੱਕ ਡਾਇਗਰਾਮ ਹੈ, ਇਹਨੂੰ ਲੇਬਲ ਕਰਨਾ ਆ ਬਾਈ ਫਾਈਂਡਿੰਗ ਦਾ ਐਗਜ਼ੈਕਟ ਲੋਕੇਸ਼ਨ ਫਰੋਮ ਦਾ ਪੈਸੇਜ ਐਂਡ ਬਾਅਦ ਵਿੱਚ ਤੁਸੀਂ ਉਹਨੂੰ ਅੰਡਰਸਟੈਂਡ ਕਰਕੇ ਉਸ ਲੋਕੇਸ਼ਨ ਤੋਂ ਮੁੜ ਕੇ ਉਹਨੂੰ ਲੇਬਲ ਕਰਨਾ ਹੈ, ਠੀਕ ਹੈ। ਸੋ ਇਹਦੇ ਦੇਖੋ ਧਿਆਨ ਦੇ ਨਾਲ, ਲੇਬਲਿੰਗ ਅ ਡਾਇਗਰਾਮ ਬਾਈ ਫਾਈਂਡਿੰਗ ਆਨਸਰਸ ਫਰੋਮ ਦਾ ਰੀਡਿੰਗ ਪੈਸੇਜ। ਮਾਈਂਡ ਯੂ, ਕਦੇ ਵੀ ਡਾਇਗਰਾਮ ਦੇ ਆਨਸਰਸ ਆਪਣੇ ਵੱਲੋਂ ਨਹੀਂ ਲਿਖਣੇ ਜਾਂ ਉਹਦੀ ਕੋਈ ਫਾਰਮ ਨਹੀਂ ਚੇਂਜ ਕਰਨੀ। ਤੁਹਾਨੂੰ ਐਗਜ਼ੈਕਟ ਜੋ ਆਨਸਰ ਹੈਗਾ ਆ ਉਹ ਵਰਡ ਤੁਹਾਨੂੰ ਜਿਹੜਾ ਉਹ ਰੀਡਿੰਗ ਪੈਸੇਜ ਦੇ ਵਿੱਚ ਮਿਲੇਗਾ, ਠੀਕ ਹੈ। ਸੋ ਇੱਕ ਚੀਜ਼ ਇਹਦਾ ਥੋੜਾ ਧਿਆਨ ਰੱਖੋ ਕਿ ਡਾਇਗਰਾਮ ਲੇਬਲਿੰਗ ਕੁਐਸਚਨਸ ਦੇ ਆਨਸਰ ਡਾਇਰੈਕਟਲੀ ਪੈਸੇਜ ਦੇ ਵਿੱਚ ਮਿਲਣਗੇ ਐਂਡ ਉਹ ਇੱਕ ਕ੍ਰੋਨੋਲੋਜੀਕਲ ਆਰਡਰ ਵਿੱਚ ਮਿਲਣਗੇ। ਇਹਨੂੰ ਆਪਾਂ ਬਾਅਦ ਵਿੱਚ ਡਿਸਕਸ ਕਰਦੇ ਹਾਂ। ਪਹਿਲਾਂ ਤਾਂ ਇਹ ਦੇਖ ਲਓ what are the different types of diagram questions, ਠੀਕ ਹੈ ਜੀ। ਇਹ ਕਿੰਨੇ ਟਾਈਪ ਦੇ ਹੁੰਦੇ ਆ? ਬੇਸਿਕਲੀ ਕਿਹਾ ਜਾਵੇ ਤਾਂ ਤਿੰਨ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੀ ਪਹਿਲੀ ਗੱਲ ਟੈਕਨੀਕਲ ਡਰਾਇੰਗ ਹੁੰਦੀ ਹੈ, ਕੋਈ ਨਾ ਕੋਈ ਮਸ਼ੀਨ ਦਾ ਕੋਈ ਪਾਰਟ ਜਾਂ ਕੋਈ ਨਾ ਕੋਈ ਫॉर एग्जांपल ਸਰਕਟ ਜਿਵੇਂ ਫਿਜ਼ਿਕਸ ਵਿੱਚ ਹੁੰਦਾ ਸੀਗਾ, ਇਲੈਕਟ੍ਰੀਕਲ ਸਰਕਟ ਹੋ ਗਿਆ ਜਾਂ ਕੋਈ ਡੈਮ ਦੀ ਫੋਟੋ ਹੋ ਗਈ। ਸੋ ਇਦਾਂ ਦੀ ਚੀਜ਼ਾਂ ਨੂੰ ਉਹ ਤੁਹਾਨੂੰ ਐਜ਼ ਅ ਡਾਇਗਰਾਮ ਕੁਐਸਚਨ ਦੇ ਸਕਦੇ ਆ। ਸੈਕੰਡ ਹੁੰਦੇ ਆ ਜਿਹਦੇ ਵਿੱਚ ਨੈਚੁਰਲ ਵਰਲਡ, ਫॉर एग्जांपल ਲਾਈਫ ਸਾਈਕਲ ਆਫ ਕੈਟਰਪਿਲਰ ਜਾਂ ਬਟਰਫਲਾਈ ਜੋ ਹੁੰਦੀ ਹੈ ਉਹਦੇ ਬਾਰੇ ਪੁੱਛਿਆ ਜਾ ਸਕਦਾ, ਜਾਂ ਕੋਈ ਨਾ ਕੋਈ ਜੋ ਇੱਕ ਲਾਈਫ ਸਾਈਕਲ ਜੋ ਕਿਸੇ ਵੀ ਇੱਕ ਚੀਜ਼ ਆ, ਠੀਕ ਹੈ, ਸੋ ਉਹਦੇ ਬਾਰੇ ਪੁੱਛਿਆ ਜਾ ਸਕਦਾ। ਫॉर एग्जांपल ਫਿਸ਼ ਦਾ ਲਾਈਫ ਸਾਈਕਲ ਕੀ ਹੈ। ਸੋ ਕੋਈ ਵੀ ਜੋ ਇੱਕ ਨੈਚੁਰਲ ਚੀਜ਼ ਹੈ ਉਸ ਬਾਰੇ ਵੀ ਡਾਇਗਰਾਮ ਆ ਸਕਦਾ ਹੈ। ਅੱਛਾ, ਥਰਡ ਇਜ਼
या कोई बिल्डिंग का डिजाइन होएगा या कोई प्लान होएगा, आर्किटेक्चरल प्लान होएगा। सो बेसिकली कहने ਦਾ ਮੋਟਿਵ ਕੀ ਹੈ, ਤਿੰਨ ਤਰ੍ਹਾਂ ਦੇ ਡਾਇਗਰਾਮਸ ਹੁੰਦੇ ਨੇ। ਪਹਿਲਾ ਹੁੰਦਾ ਟੈਕਨੀਕਲ ਪੁਆਇੰਟ, ਜਿਹਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਫਿਜ਼ਿਕਸ ਰਿਲੇਟਡ, ਕੈਮਿਸਟਰੀ ਰਿਲੇਟਡ ਜਾਂ ਬਾਇਓ ਰਿਲੇਟਡ ਕੁਛ ਨਾ ਕੁਛ ਹੋਏਗਾ, ਜਿਹਦੇ ਵਿੱਚ ਕੋਈ ਨਾ ਕੋਈ ਮਸ਼ੀਨ ਬਾਰੇ ਗੱਲ ਹੋਏਗੀ। ਸੈਕੰਡ ਹੁੰਦਾ ਜਿਹਦੇ ਵਿੱਚ ਨੈਚੁਰਲ ਵਰਲਡ ਬਾਰੇ ਹੋਏਗਾ, ਫॉर एग्जांपल ਕੋਈ ਨਾ ਕੋਈ ਸਾਈਕਲ ਹੋਵੇਗਾ, ਕੋਈ ਨਾ ਕੋਈ ਸਰਕਲ ਹੋਵੇਗਾ। ਥਰਡ ਵਿੱਚ ਕੀ ਹੁੰਦਾ, ਕੋਈ ਨਾ ਕੋਈ ਡਿਜ਼ਾਈਨ ਹੋਵੇਗਾ ਜਾਂ ਕੋਈ ਪਲਾਨ ਹੋਵੇਗਾ ਕਿਸੇ ਨਾ ਕਿਸੇ ਬਿਲਡਿੰਗ ਦਾ। ਅੱਛਾ, ਹੁਣ ਹਾਊ ਦੇ ਬੇਸਿਕਲੀ ਲੁੱਕ ਲਾਈਕ, ਪਹਿਲਾਂ ਤਾਂ ਇਹਨੂੰ ਵੀ ਇੱਕ ਸਮਝ ਲਈ ਧਿਆਨ ਨਾਲ। ਸੋ ਲਓ ਜੀ, ਦੇਖਣ ਨੂੰ ਡਾਇਗਰਾਮ ਕੁਐਸਚਨ ਇਦਾਂ ਦਾ ਹੁੰਦਾ, ਠੀਕ ਹੈ ਜੀ। ਇਹ ਇੱਕ ਤਰ੍ਹਾਂ ਦਾ ਟੈਕਨੀਕਲ ਡਾਇਗਰਾਮ ਕੁਐਸਚਨ ਹੈ, ਜਿਹਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਮੈਂ ਰੱਖੀ ਹੈ ਇਸ ਵੇਲੇ। ਇਹਦੇ ਵਿੱਚ ਜਸਟ ਆਬਜ਼ਰਵ ਕਰੋ, ਪਹਿਲੀ ਗੱਲ ਤਾਂ ਇੰਸਟਰਕਸ਼ਨ ਨੂੰ, ਲੇਬਲ ਦਾ ਡਾਇਗਰਾਮ। ਆ ਦੇਖੋ ਜੀ, ਇਹਨੂੰ ਥੋੜਾ ਜਿਹਾ ਧਿਆਨ ਨਾਲ ਇੱਥੇ ਪੜੋ, ਆਹ ਵਾਲੀ ਚੀਜ਼ ਨੂੰ। ਕੀ ਲਿਖਿਆ, ਲੇਬਲ ਦਾ ਡਾਇਗਰਾਮ ਬਿਲੋ, ਚੂਜ਼ one word or two words from the reading passage, that means reading passage ਵਿੱਚ ਲੱਭਣੇ ਆ। ਅੱਛਾ, ਇਹਦੇ ਵਿੱਚ ਇੱਕ ਚੀਜ਼ ਹਮੇਸ਼ਾ ਧਿਆਨ ਰੱਖਣੀ ਹੈ, ਜਦੋਂ ਵੀ ਕਦੀ ਡਾਇਗਰਾਮ ਕਰਨੀ ਸ਼ੁਰੂ ਕਰਨੀ ਹੈ ਜਾਂ ਜਦੋਂ ਵੀ ਕਦੀ ਆਨਸਰ ਲੱਭਣੇ ਆ, ਪਹਿਲੀ ਗੱਲ ਤੇ ਡਾਇਗਰਾਮ ਨੂੰ ਆਪਣੀ ਜ਼ਿੰਦਗੀ ਨਾਲ ਰਿਲੇਟ ਕਰਕੇ ਦੇਖੋ। ਅੱਛਾ, ਫॉर एग्जांपल ਹੁਣ ਤੁਹਾਡੀ ਸਕਰੀਨ ਤੇ ਇੱਕ ਡਾਇਗਰਾਮ ਦਿਖ ਰਹੀ ਹੈ, ਜਿਹਦੇ ਵਿੱਚ ਇੱਕ ਕੋਈ ਇੱਕ ਕੋਈ ਦਰਾਜ ਕਾਈਂਡ ਆਫ ਜਾਂ ਕੁਝ ਇਦਾਂ ਦਾ ਕੁਝ ਹੈਗਾ, ਜਿਹਦੇ ਵਿੱਚ ਕੋਈ ਕਵਰਡ ਕਾਈਂਡ ਆਫ ਥਿੰਗ ਕੁਝ ਹੈਗੀ ਆ। ਹੁਣ ਇਹਦੇ ਵਿੱਚ ਇੱਕ ਚੀਜ਼ ਆਬਜ਼ਰਵ ਕਰੋ, ਕੋਈ ਜਿੱਦਾਂ ਨਾ ਕੋਈ ਫਾਈਲ ਫੋਲਡਰ ਰੱਖੇ ਹੁੰਦੇ ਆ। ਅੱਛਾ, ਬਟ ਪ੍ਰੋਬਲਮ ਕੀ ਹੈ, ਸਾਈਡ ਤੇ ਆ ਦੇਖੋ ਕੁਝ ਇਦਾਂ ਦਾ ਵੀ ਵਾਇਆ ਹੋਇਆ, ਕੋਈ ਜਾਲੀ ਕਾਈਂਡ ਆਫ ਵੀ ਹੈਗੀ ਆ। ਹੁਣ ਜਿਹੜੇ ਬੱਚੇ ਤਾਂ ਇਹ ਡਾਇਗਰਾਮ ਨੂੰ ਈਜ਼ੀਲੀ ਆਪਣੀ ਜ਼ਿੰਦਗੀ ਨਾਲ ਰਿਲੇਟ ਕਰ ਪਾਏ, ਠੀਕ ਹੈ, ਉਹ ਤਾਂ ਸਮਝ ਜਾਣਗੇ ਕਿ ਕਿਸ ਬਾਰੇ ਆ। ਬਟ ਜਿਹੜੇ ਬੱਚੇ ਸਿਰਫ ਇਹਨੂੰ ਕਹਿ ਲਓ ਕਿ ਇੱਕ ਜਿਵੇਂ ਕਬਰਡ ਨਾਲ ਰਿਲੇਟ ਕਰ ਰਹੇ, ਉਹਨਾਂ ਲਈ ਥੋੜਾ ਮੁਸ਼ਕਲ ਹੋਏਗਾ। ਸੋ ਜਦੋਂ ਵੀ ਕਦੀ ਇੱਕ ਚੀਜ਼ ਕਰਨੀ ਹੈ, ਇੱਕ ਚੀਜ਼ ਜੋ ਸੋਲਵ ਕਰਨੀ ਤੁਹਾਨੂੰ ਆਉਣੀ ਚਾਹੀਦੀ, ਉਹ ਹੈ ਕਿ ਡਾਇਗਰਾਮ ਨੂੰ ਜਦ ਤੱਕ ਆਪਣੀ ਲਾਈਫ ਨਾਲ ਰਿਲੇਟ ਨਹੀਂ ਕਰਦੇ, you will not be able to solve it properly, ਠੀਕ ਹੈ। ਅੱਛਾ, ਕਿਦਾਂ ਹੁਣ ਕਰਨਾ ਕੀ ਹੈ, ਸਭ ਤੋਂ ਪਹਿਲਾਂ ਤਾਂ ਇਹ ਪੜੋ, ਅਗਰ ਬਾਈ ਚਾਂਸ ਦਿੱਤਾ ਹੋਇਆ ਉਹਨਾਂ ਨੇ ਕਿ ਡਾਇਗਰਾਮ ਦੇ ਉੱਤੇ ਕੋਈ ਦੀ ਹੈਡਿੰਗ ਹੈਗੀ ਆ। ਹੁਣ ਇੱਥੇ ਲਿਖਿਆ ਆ ਬੀ ਹਾਈਵ। ਹੁਣ ਕਈਆਂ ਲਈ ਉਹ ਮਤਲਬ ਬੀਹਾਈਵ ਵਰਡ ਪਹਿਲੀ ਵਾਰ ਸੁਣਿਆ ਹੋਣਾ, ਕਿ ਇਹਨੂੰ ਪਤਾ ਹੀ ਹੋਣਾ ਬਿਹਾਈਵ ਹੈ ਕੀ। ਹੁਣ ਇੱਥੇ ਥੋੜਾ ਵੋਕੈਬਲਰੀ ਲਈ ਵੀ ਤੁਹਾਨੂੰ ਇੱਕ ਨਾ ਟ੍ਰਿਕ ਦੇਣਾ, ਕਰਨਾ ਕੀ ਹੈ, ਅਗਰ ਤੁਹਾਨੂੰ ਕੋਈ ਇਦਾਂ ਵਰਡ ਨਹੀਂ ਸਮਝ ਲੱਗਦਾ, ਹਮੇਸ਼ਾ ਵਰਡ ਨੂੰ ਨਾ ਵਿੱਚੋਂ ਕੱਟ ਕਰ ਦਿਓ, ਡਿਫਾੜ ਕਰ ਦਿਓ। ਫॉर एग्जांपल ਕਿਦਾਂ, BEE ਸਾਈਡ ਤੇ ਪਲੱਸ ਹਾਈਵ। ਹੁਣ BEE ਕੀ ਹੁੰਦਾ, BW ਹੁੰਦਾ ਮੱਖੀ ਜਾਂ ਮਧੂਮੱਖੀ ਕਾਈਂਡ ਆਫ ਥਿੰਗ। ਸੋ ਕਹਿਣ ਦਾ ਮੋਟਿਵ ਕੀ ਹੈ, ਇਹ ਜੋ ਵੀ ਇੱਕ ਡਾਇਗਰਾਮ ਹੈ, ਇਹ ਇੱਕ ਮੱਖੀ ਨਾਲ ਰਿਲੇਟਡ ਹੈ, ਠੀਕ ਹੈ। ਕੀ ਇਹ ਮੱਖੀਆਂ ਪਾਲਣ ਵਾਲੀ ਉਹ ਜਿਵੇਂ ਡੱਬਾ ਹੁੰਦਾ, ਕੀ ਉਹ ਤਾਂ ਨਹੀਂ ਕਿਤੇ ਇਹ ਮਖਿਆਲ ਜਿਹਦੇ ਵਿੱਚ ਰੱਖਦੇ ਆ, ਹੋ ਸਕਦਾ। ਹੁਣ ਤੁਸੀਂ ਈਜ਼ੀਲੀ ਰਿਲੇਟ ਕਰ ਪਾ ਰਹੇ ਹੋ ਕਿ ਹੋ ਸਕਦਾ ਵਾਕਈ ਇਹ ਮਖਿਆਲ ਹੋਵੇ, ਐਂਡ ਜਿਹੜੀ ਇੱਕ ਆ ਜਾਲੀ ਜੀ ਹੈ, ਇਹ ਜਸਟ ਜੋ ਮੱਖੀਆਂ ਜਿਹਦੇ ਵਿੱਚ ਸ਼ਾਇਦ ਆਪਣਾ ਰੱਖਦੀਆਂ ਨੇ ਜਾਂ ਬਣਾਉਂਦੀਆਂ ਨੇ, ਕੀ ਉਹ ਤਾਂ ਨਹੀਂ ਕਿਤੇ ਕਦੀ ਮੱਖੀਆਂ ਵਾਲਾ ਛੱਤਾ ਦੇਖਿਆ, ਉਹਦੇ ਵਿੱਚ ਵੀ ਸੇਮ ਇਦਾਂ ਦਾ ਪੈਟਰਨ ਹੁੰਦਾ, ਠੀਕ ਹੈ। ਸੋ ਇਹਦੇ ਨਾਲ ਕੀ ਹੋਇਆ, ਯੂ ਆਰ ਏਬਲ ਟੂ ਅੰਡਰਸਟੈਂਡ ਕਿ ਪੈਸੇਜ ਜਿਹੜਾ ਆ ਉਹ ਮੱਖੀਆਂ ਬਾਰੇ ਆ, ਉਹ ਇੱਕ ਮਧੂਮੱਖੀ ਕਿਵੇਂ ਆਪਣਾ ਹਨੀ ਬਣਾਉਂਦੀ ਉਸ ਬਾਰੇ ਹੋਊਗਾ। ਸਾਡੇ ਕੋਲ ਹੁਣ ਚੀਜ਼ ਕਿ ਆਬਜ਼ਰਵ ਕਰੋ ਬੱਚਾ, ਕਿ ਸਾਡੇ ਕੋਲ ਪੈਸੇਜ ਵੀ ਨਹੀਂ ਹੈਗਾ, ਬਟ ਸਟਿਲ ਵੀ ਆਰ ਏਬਲ ਟੂ ਅੰਡਰਸਟੈਂਡ ਫਰੋਮ ਦਾ ਡਾਇਗਰਾਮ ਕਿ ਪੈਸੇਜ ਕਿਸ ਬਾਰੇ ਹੋਏਗਾ। ਸੋ ਕਹਿਣ ਦਾ ਮੋਟਿਵ, ਡਾਇਗਰਾਮ ਸੋਲਵ ਕਰਨ ਦਾ ਇੱਕ ਈਜ਼ੀ ਵੇ ਕਹਿ ਲਓ, ਜਾਂ ਉਹਦਾ ਇੱਕ ਇੰਪੈਕਟ ਵੀ ਕੀ ਪੈਂਦਾ, ਇਹ ਸਾਡੀ ਅੰਡਰਸਟੈਂਡਿੰਗ ਨੂੰ ਵਧਾਉਂਦਾ ਆ, ਠੀਕ ਹੈ। ਸੋ ਇਹ ਚੀਜ਼ ਹਮੇਸ਼ਾ ਧਿਆਨ ਚ ਰੱਖਿਓ। ਅੱਛਾ, ਜਦੋਂ ਵੀ ਕਦੇ ਸੋਲਵ ਕਰਨਾ, ਹੁਣ ਦੇਖੋ ਇੱਥੇ 21st ਇੱਧਰ ਲਿਖਿਆ ਹੋਇਆ, 23rd ਇੱਧਰ ਲਿਖਿਆ ਹੋਇਆ, 22 ਇੱਧਰ ਲਿਖਿਆ ਤੇ 20 ਇੱਧਰ ਲਿਖਿਆ। ਬੱਚਾ ਹਮੇਸ਼ਾ ਇਹਨੂੰ ਕ੍ਰੋਨੋਲੋਜੀਕਲੀ ਕਰਨਾ। ਫॉर एग्जांपल ਪਹਿਲਾ ਆਨਸਰ ਤੁਹਾਨੂੰ 20th ਲੱਭੂਗਾ, ਦੇਖੋ, ਫਿਰ ਆਨਸਰ ਲੱਭੂਗਾ ਤੁਹਾਨੂੰ 21st, ਫਿਰ ਲੱਭੂਗਾ 22, 23। ਅਗਰ ਤੁਸੀਂ 21 ਤੋਂ ਬਾਅਦ 23rd ਆਨਸਰ ਲੱਭਣ ਲੱਗ ਪਏ, ਤੁਹਾਡਾ ਆਨਸਰ ਗਲਤ ਹੋ ਜਾਣਾ ਆ, ਜਸਟ ਬਿਕੋਜ਼ ਤੁਸੀਂ ਕ੍ਰੋਨੋਲੋਜੀਕਲੀ ਉਹ ਪੈਟਰਨ ਫੋਲੋ ਨਹੀਂ ਕੀਤਾ। ਸੋ ਕੀਵਰਡ ਕੀ ਹੈ, ਸਭ ਤੋਂ ਪਹਿਲਾ ਕੀਵਰਡ ਜਿਹੜਾ ਕਿ ਇੱਕ ਸਿੰਗਲ ਕੀਵਰਡ ਦਿੱਤਾ ਹੋਇਆ ਡਾਇਗਰਾਮ ਦਾ, ਉਹ ਹੈਗਾ ਆ ਬੀਹਾਈਵ। ਜਿੱਥੇ ਵੀ ਪੈਰਾਗ੍ਰਾਫ ਦੇ ਵਿੱਚ ਬੀਹਾਈਵ ਲਿਖਿਆ ਹੋਇਆ, ਹੋ ਸਕਦਾ 10 ਵਾਰੀ ਲਿਖਿਆ ਹੋਵੇ ਪੂਰੇ ਪੈਸੇਜ ਵਿੱਚ, ਜਿੱਥੇ ਵੀ ਹੈਗਾ, ਹੁਣ ਇਹ ਤੁਹਾਨੂੰ ਲੋਕੇਟ ਕਰਨਾ ਪਏਗਾ, ਉੱਥੇ ਹੀ ਇਹਦੇ ਆਨਸਰਸ ਹੋਣਗੇ। ਪਹਿਲਾ ਲੱਭੇਗਾ ਤੁਹਾਨੂੰ 20th which is about some kind of ਜਾਲੀ ਜਾਂ ਪੈਟਰਨ ਜਿਹੜਾ ਦਿੱਤਾ ਹੋਇਆ, ਫਿਰ 21st which they are referring to as ਜਿਹੜੇ ਸਲਾਈਡਸ ਹੁੰਦੇ ਨੇ, ਠੀਕ ਹੈ, ਆ ਦੇਖੋ ਸਲਾਈਡਸ ਨੇ। ਫਿਰ 22nd ਕੀ ਆ, ਜਿਹੜੀ ਇੱਕ ਲੰਬੀ ਜੋ ਇੱਕ ਜਾਲੀ ਹੈ, ਓਕੇ। ਫਿਰ ਉਸ ਤੋਂ ਬਾਅਦ 23rd ਕੀ ਹੈ, ਉਹਦੇ ਵਿੱਚ ਉਹ ਡੱਬੇ ਦੇ ਬਾਹਰ ਇੱਕ ਹੋਰ ਲੇਬਲ ਕਰ ਰਿਹਾ। ਸੋ ਤੁਸੀਂ ਲੈ ਦੇ ਕੇ 4 ਚੀਜ਼ਾਂ ਲੇਬਲ ਕਰਨੀਆਂ। ਨਾਓ ਇਮੇਜਿਨ ਕਰੋ
ਤੁਹਾਡਾ ਜੋ ਇੱਕ ਰੀਡਿੰਗ ਪੈਸੇਜ ਹੁੰਦਾ ਉਹਦੇ ਵਿੱਚ ਲੈ ਦੇ ਕੇ 13 ਕੁਐਸਚਨ ਹੁੰਦੇ, देयर आर 13 ਕੁਐਸਚਨਸ, ਠੀਕ ਹੈ। ਹੁਣ 13 ਕੁਐਸਚਨ ਵਿੱਚੋਂ ਤੁਹਾਡੇ ਜਿਹੜੇ 4 ਆਨਸਰਸ ਨੇ ਉਹ ਇੱਕ ਡਾਇਗਰਾਮ ਦੇ ਵਿੱਚ ਹੀ ਹੈ, ਠੀਕ ਹੈ। ਸੋ ਇਸ ਕਰਕੇ ਡਾਇਗਰਾਮ ਨੂੰ ਕਰਨਾ ਇੰਪੋਰਟੈਂਟ ਹੋ ਜਾਂਦਾ, ਸਮਝਣਾ ਐਂਡ ਸਮਝ ਕੇ ਕਰਨਾ। ਵਾਈ ਸੋ? ਬਿਕੋਜ਼ 13 ਵਿੱਚੋਂ 4 ਨੰਬਰ ਅਗਰ ਤੁਸੀਂ ਡਾਇਗਰਾਮ ਸਮਝ ਕੇ ਕੀਤੇ ਤੁਹਾਡੇ ਪੱਕੇ ਆ, ਠੀਕ ਹੈ। ਐਂਡ ਇਹਦੇ ਨਾਲ ਤੁਹਾਡੇ ਬੈਂਡ ਸਕੋਰ ਇੰਪਰੂਵ ਹੋਏਗਾ। ਸੋ ਕਹਿਣ ਦਾ ਮੋਟਿਵ ਕੀ ਆ, ਕਦੀ ਵੀ ਡਾਇਗਰਾਮ ਨੂੰ ਲਾਈਟਲੀ ਨਾ ਲਿਓ, ਬਿਕੋਜ਼ ਇਹ ਤੁਹਾਨੂੰ ਨੰਬਰ ਇੰਕਰੀਜ਼ ਕਰਵਾ ਕੇ ਦੇਣਗੇ, ਠੀਕ ਹੈ। ਅੱਛਾ, ਹੁਣ ਇਸ ਤੋਂ ਬਾਅਦ ਆਪਾਂ ਅੱਗੇ ਸਮਝਦੇ ਹਾਂ ਕਰਨਾ ਕੀ ਹੈ। ਅੱਛਾ, ਇਹਨਾਂ ਨੂੰ ਸੋਲਵ ਕਿਦਾਂ ਕਰਨਾ, ਠੀਕ ਹੈ। ਵੈਸੇ ਮੈਂ ਤੁਹਾਨੂੰ ਓਰਲੀ ਦੱਸ ਚੁੱਕਾ, ਪਰ ਇੱਕ ਵਾਰ ਇੱਥੇ ਆਪਾਂ ਪੜ੍ਹ ਵੀ ਲੈਂਦੇ ਹਾਂ। ਸਭ ਤੋਂ ਪਹਿਲਾ ਸਟੈਪ, ਠੀਕ ਹੈ ਜੀ, ਜੋ ਹੈਗਾ ਆ ਉਹ ਹੈ ਕਿ ਤੁਸੀਂ ਲੱਭਣੇ ਆ ਕਿ ਲੁੱਕ ਐਟ ਦਾ ਡਾਇਗਰਾਮ। ਪਹਿਲੀ ਗੱਲ, ਲੁੱਕ ਐਟ ਦਾ ਡਾਇਗਰਾਮ ਬਿਫੋਰ ਇਵਨ ਲੁਕਿੰਗ ਐਟ ਦਾ ਰੀਡਿੰਗ ਪੈਸੇਜ, ਠੀਕ ਹੈ। ਵਾਈ ਆਮ ਸੇਇੰਗ ਦਿਸ, ਹੁਣ ਮੇਰੇ ਮੂੰਹ ਤੋਂ ਪਹਿਲਾਂ ਨਿਕਲ ਲੱਗਾ ਸੀਗਾ, ਬਿਕੋਜ਼ ਆਪਾਂ ਕਰਨਾ ਕਿ ਆਪਾਂ ਕੀਵਰਡ ਲੱਭਣੇ ਆ, ਠੀਕ ਹੈ। ਬਟ ਉਦੋਂ ਪਹਿਲਾਂ ਵੀ ਜਿਹੜੀ ਚੀਜ਼ ਕਰਨੀ ਇੰਪੋਰਟੈਂਟ ਹੈ ਉਹ ਹੈਗੀ ਸਟੈਪ 2, ਵਿਚ ਇਜ਼ ਟਰਾਈ ਟੂ ਅੰਡਰਸਟੈਂਡ ਇਟ, ਠੀਕ ਹੈ, ਜੋ ਡਾਇਗਰਾਮ ਹੈਗਾ ਆ, ਇਵਨ ਵਿਦਆਊਟ ਲੁਕਿੰਗ ਐਟ ਦਾ ਰੀਡਿੰਗ ਪੈਸੇਜ, ਐਂਡ ਰਿਲੇਟ ਇਟ ਵਿਦ ਹੈਡਿੰਗ ਆਫ ਦਾ ਪੈਸੇਜ। ਲੈਟਸ ਸੇ ਕਿਸੇ ਪੈਸੇਜ ਦੀ ਹੈਡਿੰਗ ਹੈ, ਠੀਕ ਹੈ। ਹੈਡਿੰਗ ਤੇ ਲੈ ਦੇ ਕੇ 3-4 ਵਰਡਸ ਹੁੰਦੇ ਉਹਨੂੰ ਇੱਕ ਵਾਰੀ ਪੜ੍ਹ ਲਓ। ਸੋ ਉਸ ਪੈਸੇਜ ਦੀ ਹੈਡਿੰਗ ਨੂੰ ਡਾਇਗਰਾਮ ਨਾਲ ਰਿਲੇਟ ਕਰਨ ਦੀ ਕੋਸ਼ਿਸ਼ ਕਰੋ। ਇਹਦੇ ਨਾਲ ਹੋਊਗਾ ਕਿ ਯੂ ਵਿਲ ਬੀ ਏਬਲ ਟੂ ਅੰਡਰਸਟੈਂਡ ਕਿ ਅੱਛਾ ਹੋ ਸਕਦਾ ਇਹ ਡਾਇਗਰਾਮ ਫਲਾਨੀ ਚੀਜ਼ ਬਾਰੇ ਹੋਵੇ, ਠੀਕ ਹੈ। ਐਂਡ ਉਸ ਤੋਂ ਬਾਅਦ ਅਗਰ ਲੈਟਸ ਸੇ ਨਹੀਂ ਹੈਗੀ, ਠੀਕ ਹੈ, ਤੁਹਾਡੀ ਹੈਡਿੰਗ ਨਹੀਂ ਹੈਗੀ, ਫਿਰ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਜੋ ਤੁਹਾਡੀ ਲਾਈਫ ਦਾ ਹੈ ਉਹਦੇ ਵਿੱਚੋਂ ਹੀ ਕਰੋ, ਠੀਕ ਹੈ। ਸਮਝ ਲੱਗ ਗਿਆ? ਸੋ ਪਹਿਲਾ ਪੁਆਇੰਟ, ਲੁੱਕ ਐਟ ਦਾ ਡਾਇਗਰਾਮ ਇਵਨ ਬਿਫੋਰ ਲੁਕਿੰਗ ਐਟ ਦਾ ਪੈਸੇਜ। ਸੈਕੰਡ, ਟਰਾਈ ਟੂ ਅੰਡਰਸਟੈਂਡ ਇਟ ਬਾय ਰਿਲੇਟਿੰਗ ਇਟ ਟੂ ਦਾ ਹੈਡਿੰਗ ਆਫ ਦਾ ਪੈਸੇਜ, ਠੀਕ ਹੈ। ਫਿਰ ਉਸ ਤੋਂ ਬਾਅਦ ਨਹੀਂ ਅਗਰ ਹੈਗਾ ਤਾਂ ਐਕਸਪੀਰੀਅੰਸ ਨਾ ਕਰ ਲਓ। ਅੱਛਾ, ਮੇਨ ਮੋਟਿਵ ਕੀ ਹੈ ਆਪਣਾ? ਇੱਕੋ ਹੀ, ਕੀਵਰਡ ਲੱਭਣੇ। ਜਿਵੇਂ ਉੱਤੇ ਵਾਲੀ ਡਾਇਗਰਾਮ ਵਿੱਚ ਕੀ ਸੀਗਾ, ਜਿਹੜੀ ਆ ਹੈਗੀ ਹੈ ਇਹਦੇ ਵਿੱਚ ਸੀਗਾ ਬਿਹਾਈਵ, ਜਿਹੜਾ ਤੁਹਾਡਾ ਇਹ ਤੁਹਾਡਾ ਕੀਵਰਡ ਸੀਗਾ, ਠੀਕ ਹੈ। ਅੱਛਾ, then if given around the diagram, ਜੋ ਕਿ ਦਿੱਤਾ ਹੋਇਆ ਸੀ, then try to locate the keywords, keywords ਨੂੰ locate ਕਰੋ, ਠੀਕ ਹੈ। locate ਕਰਨ ਤੋਂ ਬਾਅਦ ਕਰਨਾ ਕੀ ਹੈ? very important task which must be followed, solve them chronologically, ਠੀਕ ਹੈ ਜੀ। ਸੋ ਇਹ ਬਹੁਤ ਇੰਪੋਰਟੈਂਟ ਹੈ, chronologically ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ। why I am saying this, ਕਿਉਂਕਿ ਆਨਸਰਸ ਤੁਹਾਡੇ chronologically ਹੀ ਬੱਚਾ ਆਉਣੇ ਆ, ਠੀਕ ਹੈ। ਅੱਛਾ, ਹੁਣ ਇੱਕ ਚੀਜ਼ ਹੋਰ ਦੇਖੋ, ਟਿਪਸ ਟੂ ਕੰਸੀਡਰ ਬਿਫੋਰ ਸੋਲਵਿੰਗ ਡਾਇਗਰਾਮ ਕੁਐਸਚਨਸ। ਬੱਚਾ ਇਹ ਉਹ ਟਿਪਸ ਨੇ ਜਿਹੜੀਆਂ ਕਿ ਵਿਦ ਐਕਸਪੀਰੀਅੰਸ ਆਈ ਹੈਵ ਗੇਨਡ ਐਂਡ ਮੈਨੂੰ ਲੱਗਦਾ ਕਿ ਹਰ ਬੱਚੇ ਨੂੰ ਪਤਾ ਹੋਣੀ ਚਾਹੀਦੀਆਂ ਨੇ, ਸੋ ਦੈਟ ਉਹਨਾਂ ਦੇ ਬੈਂਡ ਸਕੋਰ ਆ ਸਕਣ। ਸਭ ਤੋਂ ਪਹਿਲੀ ਟਿਪ ਕੀ ਹੈ, ਧਿਆਨ ਦੇਖੋ, ਦ ਮੋਸਟ ਜਾਂ ਮੇਨ ਪ੍ਰੋਬਲਮ ਵਿਦ ਥੀਸ ਕੁਐਸਚਨ ਇਜ਼ ਸਟੂਡੈਂਟਸ ਫੋਕਸ ਟੂ ਮਚ ਔਨ ਦਾ ਡਾਇਗਰਾਮ। ਹੁਣ ਸਟੂਡੈਂਟਸ ਫੋਕਸ ਟੂ ਮਚ ਔਨ ਦਾ ਡਾਇਗਰਾਮ ਤੋਂ ਕੀ ਮਤਲਬ ਹੈ? ਹੁਣ ਤੁਸੀਂ ਤਾਂ ਕਹੋਗੇ ਕਿ ਸਰ ਤੁਸੀਂ ਕਹਿੰਦੇ ਸੀ ਕਿ ਡਾਇਗਰਾਮ ਨੂੰ ਅੰਡਰਸਟੈਂਡ ਕਰੋ ਫਿਰ ਸੋਲਵ ਕਰਨਾ। ਬੱਚੇ ਅੰਡਰਸਟੈਂਡ ਕਰਨਾ ਹੋਰ ਹੁੰਦਾ, ਪਰ ਡਾਇਗਰਾਮ ਵਿੱਚ ਡੁੱਬਣਾ ਹੋਰ ਹੁੰਦਾ। ਹੁਣ ਬੱਚਾ ਡਾਇਗਰਾਮ 'ਚ ਡੁੱਬਦਾ ਕਦੋਂ ਆ? ਹੁਣ ਫੋਰ ਐਗਜ਼ਾਮਪਲ ਮੈਂ ਕੀਤੀ ਹੋਵੇ ਨਾਨ ਮੈਡੀਕਲ +2, ਡਾਇਗਰਾਮ ਆ ਜਾਵੇ ਮੈਨੂੰ ਇਲੈਕਟ੍ਰਿਕ ਮੋਟਰ ਦੀ ਜਾਂ ਇੰਡਕਸ਼ਨ ਮੋਟਰ ਜਾਂ ਕੁਝ ਵੀ, ਸੋ ਮੈਨੂੰ ਲੱਗੂਗਾ ਲੈ ਤਾਂ ਮੈਨੂੰ ਆਉਂਦੀ ਹੈ, ਮੈਨੂੰ ਤਾਂ ਪਤਾ ਹੀ ਇਹਦੇ ਵਿੱਚ ਕੀ ਹੋਏਗਾ। ਸੋ ਕਹਿਣ ਦਾ ਮੋਟਿਵ ਕੀ ਹੈ ਕਿ ਮੈਂ ਡਾਇਗਰਾਮ ਦੇ ਅੰਦਰ ਮੈਂ ਡੁੱਬ ਗਿਆ। ਹੁਣ ਮੈਂ ਰੀਡਿੰਗ ਪੈਸੇਜ ਵੱਲ ਤਾਂ ਜਾਣਾ ਹੀ ਨਹੀਂ, ਕਿਉਂਕਿ ਮੈਨੂੰ ਤਾਂ ਆਨਸਰ ਸਿੱਧੇ ਪਤਾ, ਤੇ ਬੱਚਾ ਆਪਣੇ ਮਨ ਤੋਂ ਆਨਸਰ ਲਾਉਣੇ ਸ਼ੁਰੂ ਕਰ ਦਿੰਦਾ। ਇੱਥੇ ਉਹ ਗਲਤੀ ਕਰਦਾ, ਠੀਕ ਹੈ। ਸੋ ਹਮੇਸ਼ਾ ਅੰਡਰਸਟੈਂਡ ਕਰੋ, ਇਮੋਸ਼ਨਲ ਹੋ ਕੇ ਨਹੀਂ, ਬਟ ਦਿਮਾਗ ਦੇ ਨਾਲ, ਤਾਂ ਕਿ ਤੁਹਾਨੂੰ ਆਨਸਰ ਲੱਭਣੇ ਸੌਖੇ ਹੋ ਜਾਣ। ਅੱਛਾ, ਸੈਕੰਡ ਚੀਜ਼, ਅਨਫੈਮਿਲੀਅਰ ਡਾਇਗਰਾਮਸ ਕਾਜ਼ ਪੈਨਿਕ ਐਂਡ ਬੱਚਾ ਦਾ ਟਾਈਮ ਲੂਜ਼ ਹੁੰਦਾ। ਹੁਣ ਅਨਫੈਮਿਲੀਅਰ ਡਾਇਗਰਾਮ ਕਿਦਾਂ? ਲੈਟਸ ਸੇ ਨਾਨ ਮੈਡੀਕਲ ਵਾਲੇ ਬੱਚੇ ਨੂੰ ਕੋਈ ਹਿਸਟਰੀ ਦਾ ਕੋਈ ਚਾਰਟ ਆ ਗਿਆ, ਹੁਣ ਉਹਨੂੰ ਹਿਸਟਰੀ ਚੰਗੀ ਨਹੀਂ ਲੱਗਦੀ। ਹਲੇ ਉਹ ਚਾਰਟ ਹੈ ਸੌਖਾ, ਕਾਫੀ ਸੌਖਾ ਕੁਐਸਚਨ ਹੈ, ਬਟ ਐਂਡ ਆਫ ਦਾ ਡੇ ਉਹ ਸੋਲਵ ਕਰਨ ਤੋਂ ਪਹਿਲਾਂ ਹੀ ਡਰ ਗਿਆ। ਇਹਦੇ ਨਾਲ ਕੀ ਹੋਇਆ ਕਿ ਇੱਕ ਅਨਫੈਮਿਲੈਰਿਟੀ ਜਿਹੜੀ ਸੀਗੀ ਉਹਨੂੰ ਹਿਸਟਰੀ ਦੇ ਨਾਲ, ਉਹਨੂੰ ਉਹ ਲੈ ਡੁੱਬੀ। ਸੋ ਇੱਕ ਚੀਜ਼ ਹਮੇਸ਼ਾ ਯਾਦ ਰੱਖੋ ਕਿ ਇੱਕ ਬੈਲੈਂਸ ਹੋਣਾ ਬਹੁਤ ਇੰਪੋਰਟੈਂਟ ਹੈ। ਕਿਦਾਂ? ਫੋਰ ਐਗਜ਼ਾਮਪਲ, ਅਗਰ ਤੁਹਾਡੇ ਫੀਲਡ ਦੀ ਡਾਇਗਰਾਮ ਆ ਗਈ ਐਂਡ ਤੁਸੀਂ ਇਮੋਸ਼ਨਲ ਹੋ ਗਏ ਤੇ ਤਾਂ ਵੀ ਮਰੇ, ਐਂਡ ਅਗਰ ਅਨਫੈਮਿਲੀਅਰ ਕੋਈ ਡਾਇਗਰਾਮ ਆ ਗਈ ਐਂਡ ਤੁਹਾਨੂੰ ਪੱਲੇ ਨਾ ਪਈ ਤੇ ਤੁਸੀਂ ਤਾਂ ਵੀ ਮਰੇ।
ਸੋ ਕਰਨਾ ਕੀ ਹੈ, ਦੋਵਾਂ ਚੀਜ਼ਾਂ ਦਾ ਇੱਕ ਬੈਲੈਂਸ ਹੋਣਾ ਚਾਹੀਦਾ, ਠੀਕ ਹੈ, ਵਿਚ ਕੈਨ ਬੇਸਿਕਲੀ ਹੈਲਪ ਯੂ ਆਊਟ। ਅੱਛਾ ਜੀ, ਅੱਛਾ, ਯੂ ਸ਼ੁੱਡ ਟਰਾਈ ਟੂ ਅੰਡਰਸਟੈਂਡ ਜਨਰਲੀ। ਹੁਣ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਸੀ ਕਿ ਜਨਰਲੀ ਜੋ ਚੱਲ ਰਿਹਾ ਇੱਕ ਜਨਰਲ ਸੈਂਸ ਵਿੱਚ, ਉਹਨੂੰ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ। ਕਰਨਾ ਕੀ ਹੈ, ਇਹ ਸਮਝਣਾ ਕਿ ਡਾਇਗਰਾਮ ਸ਼ੋ ਕੀ ਰਿਹਾ। ਅਗਰ ਲੈਟਸ ਸੇ ਡੈਮ ਦੀ ਡਾਇਗਰਾਮ ਹੈ ਤੇ ਬੇਟਾ ਆਬਵੀਅਸ ਗੱਲ ਹੈ ਕਿ ਇਲੈਕਟ੍ਰਿਸਿਟੀ ਪ੍ਰੋਡਿਊਸ ਹੋਏਗੀ। ਅਗਰ ਬੀਹਾਈਵ ਦੀ ਡਾਇਗਰਾਮ ਹੈ ਤੇ ਬੇਟਾ ਆਬਵੀਅਸ ਗੱਲ ਹੈ ਸ਼ਾਇਦ ਦੀ ਗੱਲ ਹੋਏਗੀ, ਠੀਕ ਹੈ, ਹਨੀ ਦੀ ਗੱਲ। ਸੋ ਇਹ ਚੀਜ਼ ਸਮਝੋ। ਸੋ ਜਿਹੜੀ ਚੀਜ਼ ਬਹੁਤ ਇੰਪੋਰਟੈਂਟ ਹੈ, ਟਰਾਈ ਟੂ ਰਿਲੇਟ ਦ ਰਿਲੇਸ਼ਨਸ਼ਿਪ ਬਿਟਵੀਨ ਦ ਟੈਕਸਟ ਐਂਡ ਦ ਡਾਇਗਰਾਮ। ਬੱਚਾ ਇਹ ਰਾਮਬਾਣਾ ਹੈ, ਇਹਨੂੰ ਧਿਆਨ ਨਾਲ ਸਮਝ ਲਓ ਕਿ ਜਦ ਤੱਕ ਟੈਕਸਟ ਵਿੱਚ ਐਂਡ ਡਾਇਗਰਾਮ ਦੇ ਵਿੱਚ ਤੁਸੀਂ ਇੱਕ ਰਿਲੇਸ਼ਨ ਨਹੀਂ ਬਣਾਉਂਦੇ, ਉਦੋਂ ਤੱਕ ਇਟ ਵਿਲ ਬੀ ਵੈਰੀ ਡਿਫਿਕਲਟ, ਠੀਕ ਹੈ। ਸੋ ਇਹਨਾਂ ਟਿਪਸ ਨੂੰ ਕੰਸੀਡਰ ਕਰੋ, ਇਹ ਬਹੁਤ ਇੰਪੋਰਟੈਂਟ ਹੈ। ਪਹਿਲੀ ਕਿਹੜੀ ਸੀਗੀ? ਪਹਿਲੀ ਸੀਗੀ ਦੈਟ ਸਟੂਡੈਂਟਸ ਫੋਕਸ ਟੂ ਮਚ, ਜੋ ਕਿ ਨਹੀਂ ਕਰਨਾ, ਇਮੋਸ਼ਨਲ ਨਹੀਂ ਹੁੰਦਾ। ਦੂਜੀ ਗੱਲ, ਅਨਫੈਮਿਲੀਅਰ ਡਾਇਗਰਾਮਸ ਪੈਨਿਕ ਕ੍ਰੀਏਟ ਕਰਦੀਆਂ ਨੇ। ਮੈਂ ਤੁਹਾਨੂੰ ਪਹਿਲੀ ਗੱਲ ਕਹੀ, ਬੈਲੈਂਸ ਹੋਣਾ ਜ਼ਰੂਰੀ ਹੈ ਦੋਵਾਂ ਵਿੱਚ। ਅੱਛਾ, ਦੈਨ ਇੱਕ ਜਿਹੜੇ ਬੱਚੇ ਰਿਲੇਸ਼ਨਸ਼ਿਪ ਨਹੀਂ ਬਣਾ ਪਾਉਂਦੇ ਬਿਟਵੀਨ ਦ ਟੈਕਸਟ ਐਂਡ ਦਾ ਡਾਇਗਰਾਮ। ਸੋ ਇਹ ਤਿੰਨ ਚੀਜ਼ਾਂ, ਇਹਨਾਂ ਨੂੰ ਇੱਕ ਵਾਰੀ ਚਾਹੇ ਦੁਬਾਰਾ ਪੜ੍ਹ ਲਓ, ਪੌਜ਼ ਕਰ ਲਓ ਵੀਡੀਓ ਨੂੰ, ਐਂਡ ਪੜ੍ਹਨ ਤੋਂ ਬਾਅਦ ਫਿਰ ਅੱਗੇ ਕੰਟੀਨਿਊ ਕਰੋ, ਸੋ ਦੈਟ ਤੁਸੀਂ ਇਸ ਚੀਜ਼ ਨੂੰ ਅੱਗੇ ਰਿਲੇਟ ਕਰ ਪਾਓ। ਅੱਛਾ, ਫਾਈਨਲੀ ਦ ਲਾਸਟ ਪਾਰਟ ਜਿਹੜਾ ਕਿ ਹਰ ਬੱਚੇ ਨੂੰ ਧਿਆਨ ਰੱਖਣਾ ਚਾਹੀਦਾ ਆ, ਉਹ ਇਹ ਹੈ ਕਿ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵਾਈਲ ਸੋਲਵਿੰਗ ਦਾ ਪੇਪਰ, ਜਿਹਦੇ ਵਿੱਚ ਡਾਇਗਰਾਮ ਵਾਲੇ ਕੁਐਸਚਨ ਹੋਣ ਜਾਂ ਉਹ ਤੋਂ ਪਹਿਲਾਂ ਵੀ। ਪਹਿਲੀ ਚੀਜ਼, ਇਟ ਮਸਟ ਮੇਕ ਸੈਂਸ। ਇਹ ਨਹੀਂ ਕਿ ਤੁਸੀਂ ਕੁਝ ਵੀ ਚੱਕ ਕੇ ਲਾ ਦਿਓ। ਅਗਰ ਲੈਟਸ ਸੇ ਦ ਡਾਇਗਰਾਮ ਵਿੱਚ ਕੋਈ ਉਹ ਬਾਕਸ ਨੂੰ ਰਿਲੇਟ ਕਰ ਰਿਹਾ ਤਾਂ ਉਸੇ ਤੁਸੀਂ ਕੋਈ ਹੋਰ ਹੀ ਨਾਮ ਲਿਖ ਦੋਗੇ ਤਾਂ ਉਹਦਾ ਕੋਈ ਤੁੱਕ ਨਹੀਂ ਹੈ, ਠੀਕ ਹੈ। ਸੋ ਹਰ ਚੀਜ਼ ਦਾ ਇੱਕ ਸੈਂਸ ਬਣਨਾ ਚਾਹੀਦਾ ਹੈ, ਠੀਕ ਹੈ। 1 ਪੁਆਇੰਟ। ਸੈਕੰਡ, ਆਨਸਰਸ ਵਿਲ ਬੀ ਇਨ ਕ੍ਰੋਨੋਲੋਜੀਕਲ ਆਰਡਰ, ਜਿਵੇਂ ਤੁਹਾਨੂੰ ਪਹਿਲਾਂ ਸਮਝਾਇਆ ਕਿ ਪਹਿਲਾਂ 20th, ਫਿਰ 21st, ਫਿਰ 22nd, ਫਿਰ 23rd, ਠੀਕ ਹੈ। ਅੱਛਾ, ਇੱਕ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ ਉਹ ਇਹ ਹੈ, ਲਾਸਟ ਵਾਲੀ ਚੀਜ਼, ਕਿ ਡਾਇਗਰਾਮ ਦੇ ਮੋਸਟਲੀ ਆਨਸਰਸ ਨਾ ਇੱਕ ਪੈਰਾਗ੍ਰਾਫ ਜਾਂ ਦੋ ਪੈਰਾਗ੍ਰਾਫ 'ਚ ਹੀ ਹੁੰਦੇ ਆ। ਮਤਲਬ ਦੇ ਆਰ ਨਾਟ ਸਕੈਟਰਡ ਲਾਈਕ ਕਿ 4-5 ਪੈਰਾਗ੍ਰਾਫ ਦੇ ਵਿੱਚ ਖਿਲ ਰਿਹਾ ਹੋਵੇ ਆਨਸਰਸ, ਜਾਂ ਪੂਰੇ ਪੈਸੇਜ ਦੇ ਵਿੱਚ ਡਾਇਗਰਾਮ ਹੀ ਡਾਇਗਰਾਮ ਹੋਵੇ। ਸੋ ਡਾਇਗਰਾਮ ਜਿਹੜਾ ਆ ਉਹ ਇੱਕ ਸੈਕਸ਼ਨ ਆਫ ਪੈਸੇਜ ਹੁੰਦਾ, ਠੀਕ ਹੈ। ਸੋ ਤੁਹਾਡਾ ਮੇਨ ਕੰਮ ਕੀ ਆ, ਉਹ ਸੈਕਸ਼ਨ ਆਫ ਪੈਸੇਜ ਜਿਹੜਾ ਮੇਬੀ ਇੱਕ ਪੈਰਾਗ੍ਰਾਫ ਵਿੱਚ ਹੀ ਹੋਵੇ, ਉਹਨੂੰ ਲੋਕੇਟ ਕਰਨਾ ਐਂਡ ਉਹਦੇ ਵਿੱਚੋਂ ਆਨਸਰ ਕੱਢੇ, ਠੀਕ ਹੈ। ਸੋ ਇਹਨੂੰ ਕਦੀ ਵੀ ਡਰ ਕੇ ਨਾ ਕਰਿਓ, ਇਹ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਸੋ ਆਈ ਹੋਪ ਤੁਹਾਨੂੰ ਸਮਝ ਲੱਗਾ ਹੋਏਗਾ। ਇਹਦੇ ਵਿੱਚ ਇੱਕ ਚੀਜ਼ ਹੋਰ ਧਿਆਨ ਰੱਖਿਓ, ਜਦੋਂ ਵੀ ਕਦੀ ਡਾਇਗਰਾਮ ਕਰਨੀ ਹੈ, ਡਾਇਗਰਾਮ ਨੂੰ ਹਮੇਸ਼ਾ ਫੋਕਸ ਨਾ ਕਰਨਾ। ਦੇ ਸੀਮ ਵੈਰੀ ਈਜ਼ੀ, ਬਟ ਕਈ ਬੱਚੇ ਇੱਥੇ ਆ ਕੇ ਆਪਣਾ ਥੋੜਾ ਜਿਹਾ ਨੁਕਸਾਨ ਕਰਾ ਲੈਂਦੇ ਜਸਟ ਬਿਕੋਜ਼ ਉਹ ਫਿਰ ਨਾ ਉਹ ਜਿਵੇਂ ਉਹ ਇੱਕ ਕਹਾਣੀ ਹੈ ਪੰਜਾਬੀ ਚ, ਉਹ ਕੱਛੂ ਕੋਮੇ ਤੇ ਖਰਗੋਸ਼ ਵਾਲੀ, ਐਂਡ ਉਹ ਨੇੜੇ ਜਾ ਕੇ ਜੇ ਸਾਦੇ ਵੀ ਤਾਂ ਕਾਰੀ ਲਾਵਾਂਗੇ, ਇਹਦੀ ਕੀ ਗੱਲ। ਬਟ ਐਂਡ ਆਫ ਦ ਡੇ ਬੱਚੇ ਕਰ ਲੈਂਦੇ, ਬਟ ਟਾਈਮ ਬਹੁਤ ਵੇਸਟ ਕਰਾਉਂਦੇ ਅਗਰ ਅਨਫੈਮਿਲੀਅਰ ਡਾਇਗਰਾਮਸ ਆ ਜਾਣ, ਠੀਕ ਹੈ। ਸੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ, ਤੁਹਾਨੂੰ ਸਮਝ ਲੱਗਿਆ ਹੋਏਗਾ। ਜੋ ਮੈਂ ਕਰਵਾਇਆ ਪਲੀਜ਼ ਇਹਨੂੰ ਰਿਵਾਈਜ਼ ਕਰ ਲਓ, ਠੀਕ ਹੈ। ਆਪਣੇ ਪੈਸੇजेस ਚਾਹੇ ਕਿਤੋਂ ਵੀ ਲੈ ਲਓ, ਬਟ ਉਹਨਾਂ ਨੂੰ ਇੱਕ ਵਾਰੀ ਉਹਦੇ ਵਿੱਚ ਡਾਇਗਰਾਮ ਕੱਢ ਕੇ ਸੋਲਵ ਕਰਕੇ ਦੇਖੋ, ਠੀਕ ਹੈ। ਆਨਲਾਈਨ ਵੈਸੇ ਅਵੇਲੇਬਲ ਹੈ 16 ਬੁੱਕਸ ਜਾਂ 17 ਜਿੰਨੀਆਂ ਆ ਚੁੱਕੀਆਂ ਨੇ, ਦੇ ਆਰ ਅਵੇਲੇਬਲ ਔਨ ਦਾ ਵੈਬਸਾਈਟਸ ਕੈਂਬਰਿਜ ਦੀਆਂ, ਐਂਡ ਦੈਟਸ ਫ੍ਰੀ ਆਫ ਕਾਸਟ। ਪਲੀਜ਼ ਉਹਨੂੰ ਡਾਊਨਲੋਡ ਕਰ ਲਓ ਐਂਡ ਟਰਾਈ ਟੂ ਸੋਲਵ ਬਾਈ ਯੋਰਸੈਲਫ, ਠੀਕ ਹੈ। ਸੋ ਉਹਨੂੰ ਸੋਲਵ ਕਰਕੇ ਦੇਖੋ, ਅਗਰ ਕੋਈ ਪ੍ਰੋਬਲਮ ਆਉਂਦੀ ਹੈ ਸੋ ਪਲੀਜ਼ ਕਮ ਬੈਕ, ਕਮੈਂਟ ਔਨ ਦਿਸ ਵੀਡੀਓ, ਐਂਡ ਉਹ ਤੋਂ ਬਾਅਦ ਮੈਂ ਉਸ ਚੀਜ਼ ਨੂੰ ਦੁਬਾਰਾ ਫਿਰ ਇੱਕ ਵਾਰੀ ਇਲੈਬੋਰੇਟ ਕਰ ਦੂੰਗਾ ਜਾਂ ਫਰਦਰ ਇਲੈਬੋਰੇਟ ਕਰ ਦੂੰਗਾ, ਠੀਕ ਹੈ। ਸੋ ਪਲੀਜ਼ ਇਸ ਚੈਨਲ ਨੂੰ ਜਿੰਨਾ ਤੁਸੀਂ ਸ਼ੇਅਰ ਕਰੋਗੇ ਉਨਾ ਹੀ ਚੰਗਾ ਹੈ, ਠੀਕ ਹੈ। ਜਿੰਨਾ ਚਾਸ਼ਨੀ ਚ ਡੋਬੋਗੇ ਉਨੀ ਮਿਠਾਸ ਬਾਹਰ ਨਿਕਲੇਗੀ। ਸੋ ਬੇਨਤੀ ਹੈ ਇਸ ਚੀਜ਼ ਨੂੰ ਸਬਸਕ੍ਰਾਈਬ ਕਰੋ, ਇਸ ਚੀਜ਼ ਨੂੰ ਅੱਗੇ ਸਪਰੈਡ ਕਰੋ, ਸੋ ਦੈਟ ਬਾਕੀਆਂ ਨੂੰ ਵੀ ਇਹ ਚੀਜ਼ ਬਾਰੇ ਪਤਾ ਲੱਗੇ ਐਂਡ ਉਹ ਵੀ ਜਾਗਰੂਕ ਹੋਣ ਕਿ ਪੇਪਰ ਕਿਸ ਢੰਗ ਨਾਲ ਕਰਨਾ ਚਾਹੀਦਾ ਹੈ। ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਾ। ਗॉड ब्लेस यू ऑल, थैंक यू।